ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਸ਼ਬਦ ਕੀਰਤਨ ਤੋਂ ਉਪਰੰਤ ਸਮਾਂ ਹੋਇਆ ਹੈ ਗੁਰਬਾਣੀ ਵਿਚਾਰ ਦਾ, ਕਥਾ ਵਿਚਾਰਾਂ ਦਾ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਔਰ ਆਪ ਜੀ ਬੜੇ ਪਿਆਰ ਦੇ ਨਾਲ ਬਾਣੀ ਦੀ ਵਿਚਾਰ ਦਾ ਲਾਹਾ ਲੈ ਰਹੇ ਹੋ। ਸੋ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਜੀ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ ਔਰ ਇਸ ਅਸ਼ਟਪਦੀ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਹ ਸਮਝਾ ਰਹੇ ਨੇ ਕਿ ਠੀਕ ਹੈ, ਧਰਮ ਦੇ ਨਾਮ ਤੇ ਧਰਮ ਦੇ ਤਲ ਤੇ ਵੱਖਰੇ ਵੱਖਰੇ ਧਰਮਾਂ ਅੰਦਰ ਵੱਖ-ਵੱਖ ਤਰ੍ਹਾਂ ਦੇ ਅਨੇਕਾਂ ਹੀ ਕਰਮ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਧਰਮ ਕਰਮ ਕਿਹਾ ਜਾਂਦਾ ਹੈ। ਪਰ ਸਭ ਤੋਂ ਉੱਤਮ ਕਰਮ ਕਿਹੜਾ ਹੈ? ਸਭ ਤੋਂ ਸ੍ਰੇਸ਼ਟ ਕਰਮ ਕਿਹੜਾ ਹੈ? ਕਰਮ ਠੀਕ ਹੈ, ਸਾਰੇ ਆਪਣੀ ਆਪਣੀ ਜਗ੍ਹਾ ਤੇ ਹਨ, ਪਰ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਕੀ ਹੈ? ਉਹ ਫਿਰ ਮਹਾਰਾਜ ਨੇ ਪਹਿਲਾਂ ਸ਼ਲੋਕ 'ਚ ਵੀ ਸਮਝਾਇਆ ਕਿ ਨਾਨਕ ਨਾਮ ਅਮੋਲ, ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਹੈ। ਉਹਦੇ ਬਰਾਬਰ ਹੋਰ ਕੁਝ ਨਹੀਂ ਹੈ, ਬੰਦਾ ਜਿੰਨੇ ਮਰਜ਼ੀ ਕਰਮ ਕਰੇ। ਔਰ ਅੱਗੇ ਬਾਕੀ ਅਸ਼ਟਪਦੀ ਅੰਦਰ ਵੀ ਮਹਾਰਾਜ ਕਰਮਾਂ ਦੀ ਗੱਲ ਵੀ ਕਰਦੇ ਹਨ ਤੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਵੀ ਨਾਲ ਦੀ ਨਾਲ ਦ੍ਰਿੜ ਕਰਾਉਂਦੇ ਹਨ। ਇੱਕ ਦੂਜਾ ਪੱਖ ਹੋਰ ਵੀ ਆਪਾਂ ਇਸ ਅਸ਼ਟਪਦੀ 'ਚ ਵੇਖਾਂਗੇ, ਕਿਉਂਕਿ ਧਰਮ ਦੇ ਰਸਤੇ ਤੇ ਸਭ ਤੋਂ ਵੱਡੀ ਰੁਕਾਵਟ ਹੈ ਹੰਕਾਰ ਦੀ ਰੁਕਾਵਟ, ਹਉਮੈ ਦੀ ਰੁਕਾਵਟ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਹੁਤ ਧਿਆਨ ਦੇ ਨਾਲ ਪੜ੍ਹੀਏ, ਸਭ ਤੋਂ ਜ਼ਿਆਦਾ ਗੁਰਬਾਣੀ 'ਚ ਗੱਲ ਕੀਤੀ ਗਈ ਹੈ ਨਾਮ ਦੀ, ਨਾਮ ਜਪਣ ਦੀ, ਨਾਮ ਸਿਮਰਨ ਦੀ, ਨਾਮ ਧਾਰਨ ਕਰਨ ਦੀ। ਜੇ ਨਾਮ ਤੋਂ ਬਾਅਦ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦੀ ਗੱਲ ਕੀਤੀ ਹੈ, ਉਹ ਹੰਕਾਰ ਦੀ, ਹਉਮੈ ਦੀ। ਹੰਕਾਰ ਛੱਡਣ ਦਾ ਉਪਦੇਸ਼, ਹਉਮੈ ਤਿਆਗਣ ਦਾ ਉਪਦੇਸ਼। ਤੇ ਸਤਿਗੁਰੂ ਵਾਰ-ਵਾਰ ਦੱਸਦੇ ਹਨ ਕਿ ਨਾਮ ਦੇ ਧਾਰਨੀ ਬਣੋ ਤੇ ਹਉਮੈ ਹੰਕਾਰ ਦਾ ਤਿਆਗ ਕਰੋ, ਕਿਉਂਕਿ ਹੰਕਾਰ ਹੀ ਇੱਕ ਐਸਾ ਰੋਗ ਹੈ ਜਿਹੜਾ ਸਾਨੂੰ ਤੋੜਦਾ ਹੈ। ਆਪਾਂ ਬਿਲਕੁਲ ਆਪਣੇ ਪਰਿਵਾਰਕ ਪੱਧਰ ਤੇ ਵੀ ਵੇਖੀਏ, ਹੰਕਾਰ ਕਰਕੇ ਕਿੰਨੇ ਝਗੜੇ। ਹੰਕਾਰੀ ਬੰਦਾ ਟੁੱਟਦਾ ਹੀ ਟੁੱਟਦਾ ਹੈ, ਜੁੜਦਾ ਕਿਸੇ ਦੇ ਨਾਲ ਨਹੀਂ ਹੈ। ਹੰਕਾਰੀ ਬੰਦਾ ਪਰਿਵਾਰ ਤੋਂ ਟੁੱਟਦਾ ਹੈ ਆਪਣੇ ਹੰਕਾਰ ਕਰਕੇ, ਆਪਣੀ ਈਗੋ ਕਰਕੇ। ਹੰਕਾਰੀ ਬੰਦਾ ਸਮਾਜ ਤੋਂ ਟੁੱਟਦਾ ਹੈ। ਹੰਕਾਰੀ ਬੰਦਾ ਗੁਰੂ ਤੋਂ ਟੁੱਟਦਾ ਹੈ। ਹੰਕਾਰੀ ਬੰਦਾ ਰੱਬ ਤੋਂ ਵੀ ਟੁੱਟਿਆ ਰਹਿੰਦਾ ਹੈ, ਕਿਉਂਕਿ ਹੰਕਾਰ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ। ਹਮ ਦਾ ਮਤਲਬ ਕੀ ਹੈ? ਹੰਕਾਰ। ਜਿੰਨੀ ਦੇਰ ਕਹਿੰਦੇ ਵਾਹਿਗੁਰੂ ਜੀ ਮੇਰੇ ਅੰਦਰ ਹਮ ਦੀ, ਮੈਂ ਦੀ ਬਿਰਤੀ ਸੀ ਕਿ ਮੈਂ ਬੜਾ ਮਹਾਨ ਹਾਂ, ਉਨੀ ਦੇਰ ਤੁਹਾਡੀ ਯਾਦ ਥੋੜਾ ਸੀ ਹਿਰਦੇ 'ਚ, ਹਰ ਵਕਤ ਮਨ ਮੈਂ ਹੀ ਕਰਦਾ ਸੀ। ਪਰ ਹੁਣ ਸਮਝ ਲੱਗੀ ਕਿ ਮੈਂ ਤਾਂ ਕੁਝ ਵੀ ਨਹੀਂ ਹਾਂ, ਸਭ ਕੁਝ ਤੁਸੀਂ ਹੋ। ਜਬ ਹਮ ਹੋਤੇ ਤਬ ਤੂੰ ਨਾਹੀਂ। ਉਦੋਂ ਤੁਸੀਂ ਅੰਦਰ ਨਹੀਂ ਸੀ ਵਸਦੇ ਜਦੋਂ ਮੈਂ ਵਸਦੀ, ਹੰਕਾਰ ਸੀ। ਪਰ ਕਹਿੰਦੇ ਅਬ ਤੁਮ ਹੀ ਮੈਂ ਨਾਹੀਂ, ਹੁਣ ਤੁਹਾਡਾ ਵਾਸਾ ਅੰਦਰ ਬਣ ਚੁੱਕਿਆ ਹੈ, ਮੇਰੇ ਅੰਦਰੋਂ ਹੰਕਾਰ ਮੁੱਕ ਗਿਆ। ਕਹਿਣ ਦਾ ਭਾਵ ਕਿ ਹੰਕਾਰ ਬੜਾ, ਬਾਣੀ 'ਚ ਦੋ ਰੋਗ ਵੈਸੇ ਬੜੇ ਵੱਡੇ ਰੋਗ ਸਤਿਗੁਰੂ ਨੇ ਕਹੇ ਨੇ ਮਨ ਦੇ ਪੱਧਰ ਦੇ। ਬਾਹਰ ਦੀਆਂ ਤੇ ਵੇਖੋ ਬਿਮਾਰੀਆਂ ਫੈਲਦੀਆਂ ਨੇ, ਆਉਂਦੀਆਂ ਨੇ, ਜਾਂਦੀਆਂ ਨੇ,
ਪਰ ਮਹਾਰਾਜ ਨੇ ਬਾਣੀ 'ਚ ਮਨ ਦੇ ਰੋਗਾਂ ਦੀ ਗੱਲ ਕਰਦਿਆਂ ਦੋ ਰੋਗ ਉਹਨਾਂ ਦਾ ਜ਼ਿਕਰ ਕੀਤਾ। ਇੱਕ ਤੇ ਮਹਾਰਾਜ ਕਹਿੰਦੇ ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੀ। ਦੀਰਘ ਦਾ ਮਤਲਬ ਹੁੰਦਾ ਹੈ ਵੱਡਾ, ਪੰਜਾਬੀ ਭਾਸ਼ਾ ਦਾ ਠੇਠ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਵੱਡਾ। ਦੀਰਘ ਤੇ ਲਘੂ, ਲਘੂ ਦਾ ਮਤਲਬ ਹੁੰਦਾ ਛੋਟਾ। ਹਉ ਮੈਂ ਦੀਰਘ ਰੋਗ ਹੈ, ਹਉ ਮੈਨੂੰ ਵੱਡਾ ਰੋਗ ਕਿਹਾ। ਹਾਲਾਂਕਿ ਇੱਥੇ ਮਹਾਰਾਜ ਨੇ ਇਹ ਜ਼ਰੂਰ ਕਿਹਾ ਕਿ ਰੋਗ ਬੜਾ ਵੱਡਾ ਹੈ, ਪਰ ਲਾ ਇਲਾਜ ਨਹੀਂ ਹੈ। ਦਾਰੂ ਪੀ ਇਸ ਮਾਹੇ ਇਸ ਰੋਗ ਦਾ ਇਲਾਜ ਹੈ। ਇਹਦੇ ਤੋਂ ਬਿਨਾਂ ਦੂਜਾ ਰੋਗ ਬਾਣੀ ਨੇ ਕਿਹਾ ਹੈ ਬੜਾ ਵੱਡਾ ਰੋਗ ਹੈ। ਉਹ ਰੋਗ ਕਿਹੜਾ ਹੈ? ਨਿੰਦਿਆ ਦਾ ਰੋਗ। ਪਰ ਉੱਥੇ ਮਹਾਰਾਜ ਨੇ ਵੇਖੋ ਕੈਸੀ ਕਮਾਲ ਦੀ ਗੱਲ, ਗੁਰੂ ਕਹਿੰਦੇ ਜਿੰਨਾ ਮਰਜੀ ਇਲਾਜ ਕਰਕੇ ਵੇਖ ਲਓ, ਨਿੰਦਕ ਬੰਦੇ ਦਾ ਇਲਾਜ ਹੀ ਕੋਈ ਨਹੀਂ ਹੈ। ਔਖਦ ਸਭੇ ਕੀਤਿਅਨ ਨਿੰਦਕ ਕਾ ਦਾਰੂ ਨਾਹੀਂ। ਨਿੰਦਾ ਦਾ ਰੋਗ ਬੜਾ ਵੱਡਾ ਹੈ। ਜਿੰਨੀਆਂ ਮਰਜੀ ਇਲਾਜ ਦਵਾਈਆਂ, ਜਿੰਨੀ ਮਰਜੀ ਉਹਨੂੰ ਸਿੱਖਿਆ ਦੇਈ ਜਾਵੋ, ਨਿੰਦਕ ਇੱਥੇ ਬਹਿ ਕੇ ਸਿੱਖਿਆ ਵੀ ਸੁਣਦਾ ਰਹੇਗਾ, ਦਰਵਾਜ਼ੇ ਤੋਂ ਬਾਹਰ ਨਿਕਲੇਗਾ ਨਿੰਦਿਆ ਸ਼ੁਰੂ ਕਰ ਲਏਗਾ। ਖੈਰ ਆਪਾਂ ਗੱਲ ਅੱਜ ਦੇ ਪਾਵਨ ਬਾਣੀ ਦੇ ਬਚਨਾਂ ਤੇ ਆਈਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਅਸ਼ਟਪਦੀ ਅੰਦਰ ਜਿੱਥੇ ਇਹ ਸਮਝਾ ਰਹੇ ਨੇ ਕਿ ਵਾਹਿਗੁਰੂ ਦਾ ਨਾਮ ਬੜਾ ਉੱਤਮ ਹੈ, ਉੱਥੇ ਮਹਾਰਾਜ ਕਹਿੰਦੇ ਜਿਹੜਾ ਹੰਕਾਰ ਦਾ ਰੋਗ ਹੈ ਉਹ ਨਾਮ ਸਹਾਰੇ ਕੱਟਿਆ ਜਾਂਦਾ। ਉਹਦੇ ਤੋਂ ਬਿਨਾਂ ਬੰਦਾ ਜਿੰਨੇ ਵੀ ਹੋਰ ਕਰਮ ਕਰਦਾ ਹੈ, ਹੰਕਾਰ ਵੱਧਦਾ ਹੈ, ਹੰਕਾਰ ਮੁੱਕਦਾ ਨਹੀਂ ਹੈ। ਕਰਮਾਂ ਦਾ ਹੰਕਾਰ ਮਨ 'ਚ ਪੈਦਾ ਹੁੰਦਾ ਜਾਂਦਾ ਹੈ ਕਿ ਮੈਂ ਆਹ ਵੀ ਕਰਮ ਕੀਤਾ ਜੀ, ਮੈਂ ਉਹ ਵੀ ਕਰਮ ਕੀਤਾ, ਕਰਮਾਂ ਦਾ ਹੰਕਾਰ। ਪਾਤਸ਼ਾਹ ਕਹਿੰਦੇ ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਤੀਜੀ ਅਸ਼ਟਪਦੀ ਦਾ ਇਹ ਦੂਜਾ ਬੰਦ ਹੈ। ਮਹਾਰਾਜ ਕਹਿੰਦੇ ਵੇਖੋ ਪੁਰਾਣੇ ਸਮਿਆਂ ਦੇ ਵਿੱਚ ਹੁਣ ਵੀ ਦੂਰ ਦੂਰ ਤੀਰਥ ਯਾਤਰਾ ਕਰਨ ਨੂੰ ਇੱਕ ਬੜਾ ਵੱਡਾ ਧਰਮ ਕਰਮ ਮੰਨਿਆ ਗਿਆ। ਖਾਸ ਤੌਰ ਤੇ ਹਿੰਦੂ ਧਰਮ ਅੰਦਰ ਜਾਂ ਇਸਲਾਮਿਕ ਧਰਮ ਅੰਦਰ ਵੀ ਹਜ ਯਾਤਰਾ। ਮਹਾਰਾਜ ਕਹਿੰਦੇ ਭਾਵੇਂ ਬੰਦਾ ਨੌਖੰਡ ਪ੍ਰਿਥਵੀ ਦਾ ਭ੍ਰਮਣ ਕਰ ਲਵੇ, ਭਾਵ ਇਸ ਧਰਤੀ ਤੇ ਜਿੰਨੇ ਵੀ ਤੀਰਥ ਅਸਥਾਨ ਨੇ ਸਾਰੇ ਤੀਰਥਾਂ ਦਾ ਭ੍ਰਮਣ ਕਰ ਲਵੇ, ਔਰ ਫਿਰੈ ਚਿਰ ਜੀਵੈ, ਵੱਖ ਵੱਖ ਸਾਧਨਾ ਦੇ ਨਾਲ ਆਪਣੀ ਉਮਰ ਵੀ ਬੜੀ ਲੰਬੀ ਬਣਾ ਲਵੇ। ਕਿਉਂਕਿ ਬੰਦੇ ਦੇ ਅੰਦਰ ਇਹ ਵੀ ਇੱਕ ਤ੍ਰਿਸ਼ਨਾ ਹੈ ਕਿ ਮੇਰੀ ਉਮਰ ਬੜੀ ਲੰਮੀ ਹੋਵੇ, ਬੜਾ ਲੰਬਾ ਸਮਾਂ ਕੋਈ ਜਿਉਂਦਾ ਰਵੇ ਤੇ ਜੀਵਨ ਇੰਨਾ ਲੰਮਾ ਹੋਵੇ ਕਿ ਆਪਣੇ ਜੀਵਨ ਦੇ ਵਿੱਚ ਬੰਦਾ ਸਾਰੀ ਹੀ ਧਰਤੀ ਦੇ ਸਾਰੇ ਜਿੰਨੇ ਵੀ ਧਰਮ ਅਸਥਾਨ ਤੀਰਥ ਹਨ ਸਾਰਿਆਂ ਦਾ ਭ੍ਰਮਣ ਕਰ ਲਵੇ, ਯਾਤਰਾ ਕਰ ਲਵੇ। ਮਹਾ ਉਦਾਸ ਤਪੀਸਰ ਥੀਵੈ, ਘਰ ਪਰਿਵਾਰ ਵਾਲੇ ਪਾਸਿਓਂ, ਗ੍ਰਸਥ ਵਾਲੇ ਪਾਸਿਓਂ ਕੋਈ ਬਿਲਕੁਲ ਤਿਆਗੀ ਹੋ ਜਾਏ, ਤਪੀ ਬਣ ਕੇ ਸਮਾਜ ਚੋਂ ਬਾਹਰ ਨਿਕਲ ਕੇ ਵਿਚਰੇ। ਇਹਨੂੰ ਵੀ ਇੱਕ ਬੜਾ ਵੱਡਾ ਧਰਮ ਕਰਮ ਉਹ ਪੁਰਾਣੇ ਸਮਿਆਂ ਦੇ ਵਿੱਚ ਮੰਨਿਆ ਗਿਆ ਕਿ ਬੰਦੇ ਨੇ ਸਾਰਾ ਕੁਝ ਛੱਡ ਦਿੱਤਾ ਜੀ, ਤਿਆਗੀ ਬਣ ਗਿਆ। ਹਾਲਾਂਕਿ ਗੁਰੂ ਮਹਾਰਾਜ ਕਹਿੰਦੇ ਬੰਦਾ ਤਨ ਦੇ ਪੱਧਰ ਤੇ ਕਈ ਵਾਰ ਚੀਜ਼ਾਂ ਛੱਡ ਦਿੰਦਾ ਹੈ, ਮਨ ਕਰਕੇ ਛੱਡਿਆ ਕੋਈ ਨਹੀਂ ਜਾਂਦਾ। ਮਨ ਕਰਕੇ ਛੱਡਣਾ ਬੜਾ ਔਖਾ। ਜਿਵੇਂ ਉਹ ਕਹਿੰਦੇ ਨਾ ਕਿ ਚਾਰ ਬੰਦੇ ਬੈਠੇ ਹੋਏ ਸਨ ਜੰਗਲ ਦੇ ਵਿੱਚ ਤੇ ਚਾਰੇ ਹੀ ਸਮਝਦੇ ਸਨ ਕਿ ਮੇਰੇ ਤੋਂ ਵੱਡਾ ਤਿਆਗੀ ਕੋਈ ਨਹੀਂ ਹੈ। ਉਹ ਪਹਿਲਾ ਕਹਿਣ ਲੱਗਾ ਵੇਖੋ ਮੈਂ ਬੜਾ ਵੱਡਾ ਤਿਆਗੀ, ਮੈਂ ਲੱਖਾਂ ਦਾ ਤਿਆਗ ਕਰਕੇ ਆਇਆ। ਦੂਜਾ ਕਹਿਣ ਲੱਗਾ ਤੂੰ ਮੇਰੇ ਸਾਹਮਣੇ ਕੀ, ਮੈਂ ਕਰੋੜਾਂ ਦਾ ਤਿਆਗ ਕਰਕੇ ਆਇਆ। ਪਹਿਲੇ ਨੇ ਹਜ਼ਾਰਾਂ ਦੇ ਤਿਆਗ ਦੀ ਗੱਲ ਕੀਤੀ, ਦੂਜਾ ਕਹਿਣ ਲੱਗਾ ਮੈਂ ਲੱਖਾਂ ਦਾ ਤਿਆਗ ਕੀਤਾ। ਤੀਜਾ ਕਹਿਣ ਲੱਗਾ ਮੈਂ ਤੇਰੇ ਤੋਂ ਵੱਡਾ ਤਿਆਗੀ, ਮੈਂ ਕਰੋੜਾਂ ਦਾ ਤਿਆਗ ਕਰਕੇ ਆਇਆ ਹਾਂ। ਤੇ ਚੌਥਾ ਕਹਿਣ ਲੱਗਾ ਉਹ ਭਲਿਓ ਛੱਡਿਆ ਤੇ ਤੁਸੀਂ ਕੁਝ ਵੀ ਨਹੀਂ ਹੈ। ਜਦੋਂ ਧਨ ਸੀ ਉਦੋਂ ਧਨ ਹੋਣ ਦਾ ਹੰਕਾਰ ਕਿ ਮੈਂ ਹਜ਼ਾਰਾਂ ਦਾ ਮਾਲਕ, ਮੈਂ ਲੱਖਾਂ ਦਾ ਮਾਲਕ, ਮੈਂ ਕਰੋੜਾਂ ਦਾ ਮਾਲਕ। ਤੇ ਹੁਣ ਧਨ ਛੱਡਣ ਦਾ ਹੰਕਾਰ ਮਨ ਚ ਪਾਲ ਲਿਆ ਕਿ ਮੈਂ ਹਜ਼ਾਰਾਂ ਦਾ ਤਿਆਗੀ, ਮੈਂ ਲੱਖਾਂ ਦਾ, ਕਰੋੜਾਂ ਦਾ। ਜਿਹੜੀ ਮਾਇਆ ਦੀ ਪਕੜ ਛੱਡਣੀ ਸੀ ਉਹ ਤੇ ਤੁਸੀਂ ਛੱਡੀ ਕੋਈ ਨਾ। ਗੁਰਮਤ ਦਾ, ਸਿੱਖੀ ਦਾ ਜਿਹੜਾ ਨਜ਼ਰੀਆ ਹੈ ਮਾਇਆ ਤਿਆਗਣ ਦਾ ਨਹੀਂ ਹੈ, ਮਾਇਆ ਦਾ ਹੰਕਾਰ ਛੱਡਣ ਦੀ ਗੱਲ ਗੁਰੂ ਨੇ ਬਾਣੀ ਚ ਕੀਤੀ। ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨ ਵਰ ਗਲੇ ਮਾਨ ਸਭੈ ਕੋ ਖਾਏ। ਕਹਿੰਦੇ ਹੰਕਾਰ ਹੀ ਬਰਬਾਦ ਕਰ ਦਿੰਦਾ ਹੈ।
ਸੋ ਗੁਰੂ ਮਹਾਰਾਜ ਕਹਿੰਦੇ ਕੋਈ ਕਵੇ ਮੈਂ ਬੜਾ ਵੱਡਾ ਤਿਆਗੀ ਬਣ ਗਿਆ ਜੀ, ਮੈਂ ਸਾਰਾ ਕੁਝ ਤਿਆਗ ਕੇ ਤੇ ਤਪੀਸਰ ਹੋ ਗਿਆ ਹਾਂ, ਮੈਂ ਤਪੀ ਬਣ ਗਿਆ ਹਾਂ। ਗੁਰੂ ਅਰਜਨ ਸਾਹਿਬ ਕਹਿੰਦੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਅਗਨ ਮਾਹੇ ਹੋਮਤ ਪ੍ਰਾਣ, ਕੋਈ ਬੰਦਾ ਧਰਮ ਦਾ ਨਾਮ ਵਰਤ ਕੇ, ਜਿਵੇਂ ਪੁਰਾਣੇ ਸਮਿਆਂ 'ਚ ਜੱਗ ਕੀਤੇ ਜਾਂਦੇ ਸਨ ਤੇ ਬਲੀ ਦਿੱਤੀ ਜਾਂਦੀ ਸੀ, ਕੋਈ ਘੋੜੇ ਦੀ ਬਲੀ, ਇੱਥੋਂ ਤੱਕ ਕਿ ਮਨੁੱਖਾਂ ਤੱਕ ਦੀ ਬਲੀ ਦਿੱਤੀ ਜਾਂਦੀ ਸੀ, ਇਹ ਕਹਿ ਕੇ ਕਿ ਬਲੀ ਦੇਣ ਵਾਲਾ ਤੇ ਸਿੱਧਾ ਸਵਰਗਾਂ 'ਚ ਪਹੁੰਚ ਜਾਏਗਾ। ਗੁਰੂ ਅਰਜਨ ਸਾਹਿਬ ਕਹਿੰਦੇ ਅਗਨ ਮਾਹੇ ਹੋਮਤ ਪ੍ਰਾਣ, ਕੋਈ ਬੰਦਾ ਆਪਣੇ ਆਪ ਨੂੰ ਅੱਗ ਦੇ ਵਿੱਚ ਵੀ ਸੜਵਾ ਲਵੇ। ਹੁਣ ਵੇਖੋ ਅੱਗੇ ਜਾ ਕੇ ਸਾਰੀ ਗੱਲ ਆਏਗੀ ਕਿ ਨਾਮ ਦੇ ਬਰਾਬਰ ਕੋਈ ਕਰਮ ਨਹੀਂ ਹੈ। ਭਾਵੇਂ ਕੋਈ ਬੰਦਾ ਸਾਰੀ ਦੁਨੀਆ ਦੇ ਤੀਰਥਾਂ ਦਾ ਚੱਕਰ ਲਾ ਲਵੇ, ਭਾਵੇਂ ਕੋਈ ਬੰਦਾ ਬਿਲਕੁਲ ਸਾਰਾ ਕੁਝ ਛੱਡ ਕੇ ਤਪੀ ਬਣ ਜਾਵੇ, ਭਾਵੇਂ ਕੋਈ ਆਪਣੇ ਆਪ ਨੂੰ ਧਰਮ ਦਾ ਨਾਂ ਵਰਤ ਕੇ ਅੱਗ ਦੇ ਵਿੱਚ ਆਪਣੀ ਆਹੂਤੀ ਦੇ ਦਵੇ, ਸਾੜ ਲਵੇ। ਕਨਕ ਅਸਵ ਹੈ ਵਰ ਭੂਮ ਦਾਨ, ਕਨਕ ਦਾ ਮਤਲਬ ਹੈ ਸੋਨਾ, ਅਸਵ ਦਾ ਮਤਲਬ ਹੈ ਘੋੜੇ, ਹੈਵਰ ਦਾ ਮਤਲਬ ਹੈ ਹਾਥੀ, ਭੂਮ ਦਾ ਭਾਵ ਹੈ ਜ਼ਮੀਨ। ਕੋਈ ਬੰਦਾ ਸੋਨਾ ਦਾਨ ਕਰੇ, ਘੋੜੇ ਦਾਨ ਕਰੇ, ਹਾਥੀ ਦਾਨ ਕਰੇ, ਜ਼ਮੀਨ ਜਾਇਦਾਦ ਤੱਕ ਵੀ ਦਾਨ ਕਰ ਦਵੇ ਤੇ ਸੋਚੇ ਮੈਂ ਬਹੁਤ ਵੱਡਾ ਕਰਮ ਕੀਤਾ ਹੈ। ਨਿਉਲੀ ਕਰਮ ਕਰੈ ਬਹੁ ਆਸਨ, ਜਿਵੇਂ ਅੱਜ ਕੱਲ੍ਹ ਯੋਗਾ ਪ੍ਰਚਲਿਤ ਹੈ ਤੇ ਯੋਗੇ ਦੇ ਵੱਖਰੇ ਵੱਖਰੇ ਆਸਣ ਹਨ, ਇਸੇ ਤਰ੍ਹਾਂ ਇੱਕ ਯੋਗੇ ਦਾ ਹੀ, ਯੋਗ ਮਤ ਦਾ ਹੀ ਨਿਉਲੀ ਕਰਮ, ਇਹ ਵੀ ਇੱਕ ਆਸਣ ਹੈ ਪੇਟ ਦੀਆਂ ਨਾੜੀਆਂ ਨੂੰ ਸਾਫ਼ ਕਰਨ ਦਾ। ਤੇ ਜੋਗੀ ਲੋਕਾਂ ਦੀ ਇਹ ਵਿਚਾਰ ਸੀ ਕਿ ਉਸ ਆਸਣ ਦੇ ਨਾਲ ਜਦੋਂ ਬੰਦਾ ਆਪਣੇ ਪੇਟ ਦੀਆਂ ਨਾੜੀਆਂ ਨੂੰ ਸਾਫ਼ ਕਰਕੇ ਤੇ ਫਿਰ ਧਿਆਨ ਟਿਕਾਉਂਦਾ ਹੈ ਨਾ, ਤੇ ਫਿਰ ਧਿਆਨ ਬੜਾ ਟਿਕਦਾ ਹੈ। ਇਹ ਜੋਗ ਮਤ ਦੀ, ਜੋਗੀਆਂ ਦੀ ਵਿਚਾਰ ਸੀ। ਮਹਾਰਾਜ ਕਹਿੰਦੇ ਕੋਈ ਜੋਗੀਆਂ ਵਾਲੇ ਨਿਉਲੀ ਆਸਣ ਵੀ ਜਿੰਨੇ ਮਰਜੀ ਜੋਗੇ ਵਾਲੇ ਜੋਗ ਮਤ ਦੇ ਕਰ ਲਵੇ। ਔਰ ਜੈਨ ਮਾਰਗ ਸੰਜਮ ਅਤ ਸਾਧਨ, ਜੈਨੀਆਂ ਦੀ ਤਰ੍ਹਾਂ ਕੋਈ ਬਹੁਤ ਤਰ੍ਹਾਂ ਦੇ ਸੰਜਮ ਕਰ ਲਵੇ। ਹਿੰਦੁਸਤਾਨ ਅੰਦਰ ਇੱਕ ਜੈਨ ਮਤ ਵੀ ਹੈ, ਉਹ ਲੋਕ ਦਇਆ ਦੀ ਗੱਲ ਬੜੀ ਕਰਦੇ ਹਨ। ਹੁਣ ਤੇ ਆਪਾਂ ਵੇਖੋ ਬਿਮਾਰੀ ਕਰਕੇ ਮੂੰਹ ਤੇ ਮਾਸਕ ਲਾਉਂਦੇ ਹਾਂ ਕਿ ਕੋਈ ਕੀਟਾਣੂ ਸਾਡੇ ਤੱਕ ਨਾ ਪਹੁੰਚ ਜਾਵੇ, ਪਰ ਉਹ ਹਮੇਸ਼ਾ ਹੀ ਜਿਹੜੇ ਜੋਗੀ ਹਨ ਉਹ ਆਪਣੇ ਮੂੰਹ ਤੇ ਕੱਪੜਾ ਬੰਨ੍ਹ ਕੇ ਰੱਖਦੇ ਹਨ, ਕਿਉਂਕਿ ਉਹਨਾਂ ਦਾ ਖਿਆਲ ਹੈ ਕਿ ਜਦੋਂ ਮੂੰਹ ਚੋਂ ਹਵਾ ਨਿਕਲਦੀ ਹੈ, ਸਾਹ ਆਪਾਂ ਲੈਂਦੇ ਹਾਂ ਤੇ ਬਾਹਰ ਵੀ ਕਹਿੰਦੇ ਉਹ ਬੜੇ ਜੀਵ ਹਨ, ਤੇ ਹਵਾ ਕਹਿੰਦੇ ਇੰਨੀ ਤੇਜ਼ ਨਿਕਲੇਗੀ ਕਿ ਉਹ ਬਾਹਰ ਦੇ ਜੀਵਾਂ ਨੂੰ ਮਾਰ ਸਕਦੀ ਹੈ। ਇਸ ਕਰਕੇ ਉਹ ਮੂੰਹ ਤੇ ਕੱਪੜਾ ਬੰਨ੍ਹ ਕੇ ਰੱਖਦੇ, ਤੁਰਦੇ ਨੇ ਹੱਥ 'ਚ ਝਾੜੂ ਰੱਖਦੇ ਨੇ ਕਿ ਕੋਈ ਜੀਵ ਪੈਰ ਦੇ ਥੱਲੇ ਆ ਕੇ ਨਾ ਮਰ ਜਾਵੇ। ਇਦਾਂ ਦੇ ਉਹ ਦਇਆ ਦੇ ਨਾਮ ਤੇ ਬਹੁਤ ਤਰ੍ਹਾਂ ਦੇ ਕਰਮ ਕਰਦੇ ਨੇ। ਮਹਾਰਾਜ ਕਹਿੰਦੇ ਕੋਈ ਬੰਦਾ ਜੈਨੀਆਂ ਦੀ ਤਰ੍ਹਾਂ ਬੜੇ ਸੰਜਮ, ਬੜੇ ਸਾਧਨ ਵੀ ਵਰਤੇ, ਨਿਮਖ ਕਰ ਸਰੀਰ ਕਟਾਵੇ, ਕੋਈ ਆਪਣੇ ਸਰੀਰ ਦੇ ਛੋਟੇ ਛੋਟੇ ਟੁਕੜੇ ਵੀ ਕਰਵਾ ਲਵੇ, ਪਰ ਚੇਤੇ ਰੱਖਣਾ ਤੌਪੀ ਹਉਮੈ ਮੈਲ ਨਾ ਜਾਵੇ। ਫਿਰ ਵੀ ਅੰਦਰੋਂ ਹੰਕਾਰ ਦੀ ਮੈਲ ਨਹੀਂ ਜੇ ਖਤਮ ਹੋ ਸਕਦੀ। ਕਰਮਾਂ ਦੀ ਗੱਲ ਕਰ ਲਈ ਮਹਾਰਾਜ ਨੇ ਕਿ ਭਾਵੇਂ ਨੌਖੰਡ ਪ੍ਰਿਥਵੀ ਦਾ ਭ੍ਰਮਣ ਕਰ ਲਵੇ, ਭਾਵੇਂ ਕੋਈ ਬਿਲਕੁਲ ਸਾਰਾ ਘਰ ਪਰਿਵਾਰ ਛੱਡ ਕੇ ਤਿਆਗੀ ਬਣੇ, ਅੱਗ 'ਚ ਆਪਣੇ ਆਪ ਨੂੰ ਸੜਾ ਲਵੇ, ਸੋਨਾ ਚਾਂਦੀ ਜ਼ਮੀਨ ਜਾਇਦਾਦ ਦਾਨ ਕਰ ਦਵੇ, ਔਰ ਜੋਗੀਆਂ ਵਾਲੇ ਜਾਂ ਜੈਨੀਆਂ ਵਾਲੇ ਵੀ ਕਰਮ ਕਰੇ, ਸਾਰੇ ਕਰਮ ਕਰਨ ਦੇ ਬਾਵਜੂਦ ਵੀ ਤੌਪੀ ਹਉਮੈ ਮੈਲ ਨਾ ਜਾਵੇ, ਅੰਦਰੋਂ ਹੰਕਾਰ ਦੀ ਮੈਲ ਨਹੀਂ ਜੇ ਮੁੱਕ ਸਕਦੀ ਇਹਨਾਂ ਕਰਮਾਂ ਦੇ ਸਹਾਰੇ। ਫਿਰ ਪੁੱਛੀਏ ਮਹਾਰਾਜ ਇਹ ਦੱਸੋ, ਹੰਕਾਰ ਦੀ ਬਿਮਾਰੀ ਨੂੰ ਤੇ ਅਸੀਂ ਆਪਣੇ ਅੰਦਰੋਂ ਖਤਮ ਕਰਨਾ ਹੈ, ਉਹ ਹੰਕਾਰ ਦੀ ਬਿਮਾਰੀ ਸਾਡੇ ਅੰਦਰੋਂ ਕਿੱਦਾਂ ਖਤਮ ਹੋ ਸਕਦੀ ਹੈ? ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਕਿਉਂਕਿ ਪਰਮਾਤਮਾ ਦਾ ਨਾਮ ਹੀ ਸਾਰੀਆਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਮਹਾਰਾਜ ਕਹਿੰਦੇ ਹਰ ਕੇ ਨਾਮ ਸੰਸਰ ਕਛ ਨਾਹੀ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਬਰਾਬਰ, ਸੰਸਰ ਦਾ ਮਤਲਬ ਹੈ ਸੰਸਾਰ, ਉਹਦੇ ਬਰਾਬਰ ਕਛ ਨਾਹੀ, ਹੋਰ ਕੋਈ ਦੂਜਾ ਕਰਮ ਨਹੀਂ ਹੈ। ਕੋਈ ਵੀ ਕਰਮ ਵਾਹਿਗੁਰੂ ਦੇ ਨਾਮ ਜਪਣ, ਧਿਆਉਣ, ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ।
ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇ ਆਉਂਦਾ ਹੈ, ਉਹ ਹਉਮੈ ਤੋਂ ਵੀ ਮੁਕਤੀ ਪਾਉਂਦਾ ਹੈ ਤੇ ਉਹ ਜੀਵਨ ਮੁਕਤੀ ਵੀ ਹਾਸਲ ਕਰ ਲੈਂਦਾ ਹੈ, ਉਹਨੂੰ ਜੀਵਨ ਮੁਕਤੀ ਵੀ ਮਿਲਦੀ ਹੈ। ਕਹਿਣ ਦਾ ਭਾਵ ਕਿ ਇਸ ਬੰਦ ਅੰਦਰ ਵੀ ਮਹਾਰਾਜ ਨੇ ਕਰਮਾਂ ਦੀ ਗੱਲ ਕੀਤੀ, ਫਿਰ ਹੰਕਾਰ ਦੀ ਗੱਲ ਕੀਤੀ, ਅਖੀਰ ਤੇ ਸਾਨੂੰ ਵਾਹਿਗੁਰੂ ਦੇ ਨਾਮ ਦੀ ਵਡਿਆਈ ਸਮਝਾਈ ਹੈ ਕਿ ਸਭ ਤੋਂ ਉੱਤਮ ਕੀ ਹੈ? ਪਰਮਾਤਮਾ ਦਾ ਨਾਮ, ਅਕਾਲ ਪੁਰਖ ਦਾ ਨਾਮ। ਇਦੋਂ ਅੱਗੇ ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਦੇ ਛੁਟੈ। ਕਿਸੇ ਦੇ ਮਨ 'ਚ ਇਹ ਭਾਵਨਾ ਹੋਏ ਕਿ ਮੇਰਾ ਅਖੀਰਲਾ ਸਮਾਂ, ਮੇਰੇ ਪ੍ਰਾਣ ਕਿਸੇ ਤੀਰਥ ਤੇ ਜਾ ਕੇ ਛੁੱਟਣ, ਭਾਵ ਮੇਰੇ ਜੀਵਨ, ਮੇਰੀ ਮੌਤ ਕਿਸੇ ਚੰਗੀ ਜਗ੍ਹਾ ਤੇ, ਕਿਸੇ ਤੀਰਥ ਅਸਥਾਨ ਤੇ ਹੋਵੇ। ਹਾਲਾਂਕਿ ਗੁਰਬਾਣੀ ਦਾ ਇੱਕ ਸ਼ਬਦ ਹੈ ਭਗਤ ਕਬੀਰ ਸਾਹਿਬ ਜੀ ਦਾ, ਉਹ ਕਹਿੰਦੇ ਗੱਲ ਇਹ ਨਹੀਂ ਹੈ ਕਿ ਬੰਦਾ ਮਰਿਆ ਕਿੱਥੇ ਆ, ਜਾਂ ਬੰਦਾ ਮਰਿਆ ਕਿਹੜੀ ਜਗ੍ਹਾ ਤੇ, ਕਿਹੜੇ ਅਸਥਾਨ ਤੇ ਹੈ, ਚੰਗੀ ਮਾੜੀ। ਗੱਲ ਹੈ ਬੰਦਾ ਜੀਵਿਆ ਕਿਸ ਤਰੀਕੇ ਦੇ ਨਾਲ, ਉਹਦਾ ਜੀਵਨ ਕਿੱਦਾਂ ਦਾ ਸੀ। ਬਨਾਰਸ ਤੇ ਹੜੰਬਾ ਇਹ ਦੋ ਨਗਰ ਨੇੜੇ ਨੇੜੇ ਹਨ ਤੇ ਸਨਾਤਨ ਹਿੰਦੂ ਮਤ ਦੀ ਵਿਚਾਰ ਕਿ ਜਿਹੜਾ ਬੰਦਾ ਬਨਾਰਸ ਮਰਦਾ ਹੈ ਉਹ ਸਵਰਗਾਂ 'ਚ ਜਾਂਦਾ ਹੈ, ਤੇ ਜਿਹੜਾ ਹੜੰਬੇ ਮਰਦਾ ਹੈ, ਉਹਨੂੰ ਮਗਹਰ ਵੀ ਕਿਹਾ ਜਾਂਦਾ ਹੈ, ਉਹ ਨਰਕਾਂ 'ਚ ਜਾਂਦਾ ਹੈ। ਤੇ ਨਾਮ ਜਪਣ ਵਾਲੇ ਭਗਤ ਕਬੀਰ ਸਾਰੀ ਜ਼ਿੰਦਗੀ ਬਨਾਰਸ ਰਹੇ। ਅਖੀਰ ਜਦੋਂ ਐਨ ਬੁਢਾਪਾ ਆ ਗਿਆ, ਲੱਗਣ ਲੱਗ ਗਿਆ ਕਿ ਜ਼ਿੰਦਗੀ ਦੇ ਦਿਨ ਥੋੜੇ ਨੇ, ਤੇ ਕਬੀਰ ਸਾਹਿਬ ਜੀ ਮਗਹਰ ਹੜੰਬੇ ਚਲੇ ਗਏ। ਤੇ ਲੋਕਾਂ ਕਹਿਣਾ ਸ਼ੁਰੂ ਕਰ ਦਿੱਤਾ ਕਬੀਰ ਪਹਿਲਾਂ ਵੀ ਕਮਲੀਆਂ ਮਾਰਦਾ ਸੀ, ਹੁਣ ਇਹਨੂੰ ਕੀ ਹੋ ਗਿਆ? ਜਦੋਂ ਮਰਨ ਦਾ ਸਮਾਂ ਆਇਆ ਤੇ ਮਗਹਰ ਜਾ ਬੈਠਾ, ਨਰਕਾਂ 'ਚ ਜਾਏਗਾ। ਉੱਥੇ ਫਿਰ ਕਬੀਰ ਸਾਹਿਬ ਕਹਿਣ ਲੱਗੇ ਭਾਈ ਵੇਖੋ, ਜਿਹੜਾ ਵਾਹਿਗੁਰੂ ਦਾ ਨਾਮ ਧਿਆਉਣ ਵਾਲਾ ਹੈ ਉਹ ਕਿਸੇ ਵੀ ਜਗ੍ਹਾ ਤੇ ਮਰੇ ਉਹ ਮੁਕਤ ਹੈ, ਤੇ ਪਾਪੀ ਬੰਦਾ ਭਾਵੇਂ ਕਿਸੇ ਧਰਮ ਕੇਂਦਰ ਤੇ ਵੀ ਉਹਦੇ ਸਵਾਸ ਨਿਕਲ ਜਾਣ, ਉਹ ਪਾਪੀ ਹੈ। ਤੇ ਕਹੋ ਕਬੀਰ ਪਾਪੀ ਨਰਕ ਸੁਧਾਰਿਆ ਹੀ ਹੁੰਦਾ ਹੈ, ਉਹ ਨਹੀਂ ਹੈ ਕਿ ਉਹਦਾ ਉਧਾਰ ਹੋ ਗਿਆ। ਉਹ ਕਹਿੰਦੇ ਹਰ ਕਾ ਸੇਵਕ ਮਰੇ ਹੜੰਬੈ, ਤਿਨ ਸਗਲੀ ਸੈਨ ਤਰਾਈ। ਕਬੀਰ ਸਾਹਿਬ ਦੇ ਬਚਨਾਂ ਕਹਿੰਦੇ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਚਿਆ ਜਾਈ। ਜੇ ਬੰਦਾ ਮਨ ਦਾ ਕਠੋਰ, ਮਨ ਦਾ ਪਾਪੀ ਹੈ, ਕਿਸੇ ਚੰਗੀ ਜਗ੍ਹਾ ਤੇ ਅਖੀਰ ਤੇ ਉਹਦੇ ਸਵਾਸ ਨਿਕਲ ਆਏ, ਕਿਸੇ ਧਰਮ ਕੇਂਦਰ ਅਸਥਾਨ ਤੇ, ਉਹ ਕਬੀਰ ਸਾਹਿਬ ਕਹਿੰਦੇ ਨਰਕ ਤੋਂ ਬਚ ਨਹੀਂ ਜੇ ਸਕਦਾ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਚਿਆ ਜਾਈ। ਹਰ ਕਾ ਸੇਵਕ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ। ਤੇ ਵਾਹਿਗੁਰੂ ਦਾ ਸੇਵਕ ਕਿਸੇ ਬਾਹਰ ਹੋਰ ਜਗ੍ਹਾ ਤੇ ਵੀ, ਜਿਹਨੂੰ ਲੋਕ ਮਾੜੀ ਥਾਂ ਕਹਿੰਦੇ, ਉੱਥੇ ਵੀ ਮਰ ਗਿਆ, ਉਹ ਤਾਂ ਵੀ ਆਪ ਤਰਦਾ, ਦੂਜਿਆਂ ਨੂੰ ਤਾਰਦਾ ਹੈ। ਕਹਿਣ ਦਾ ਭਾਵ ਕਿ ਇੱਕ ਵਿਚਾਰ ਪ੍ਰਚਲਿਤ ਸੀ ਕਿ ਕਿਸੇ ਤੀਰਥ ਤੇ ਜੇ ਪ੍ਰਾਣ ਛੁੱਟਦੇ, ਮੌਤ ਹੁੰਦੀ ਹੈ ਤੇ ਬੰਦਾ ਤੇ ਬਸ ਜੀ ਪਹੁੰਚ ਗਿਆ ਅੱਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਦੇ ਛੁਟੈ। ਕਿਸੇ ਦੇ ਮਨ 'ਚ ਇਹ ਕਾਮਨਾ, ਇਹ ਭਾਵਨਾ ਹੋਵੇ ਕਿ ਮੇਰੇ ਤੀਰਥ ਤੇ ਕਿਸੇ ਚੰਗੀ ਥਾਂ ਤੇ ਪ੍ਰਾਣ ਛੁੱਟਣ, ਮੌਤ ਹੋਵੇ, ਪਰ ਗਰਭ ਗੁਮਾਨ ਨਾ ਮਨ ਤੇ ਹੁਟੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਦਾਂ ਮਨ ਦਾ ਹੰਕਾਰ ਮੁੱਕ ਨਹੀਂ ਜਾਂਦਾ ਹੈ, ਭਾਵੇਂ ਇੱਕ ਭਾਵਨਾ ਬੰਦੇ ਨੇ ਚੰਗੀ ਤੇ ਬਣਾ ਲਈ, ਪਰ ਜਿਹੜਾ ਮਨ 'ਚ ਹੰਕਾਰ ਬੈਠਾ ਹੈ ਉਹ ਤਾਂ ਫਿਰ ਵੀ ਉਸੇ ਤਰ੍ਹਾਂ ਬਣਿਆ ਹੋਇਆ ਹੈ। ਸੋਚ ਕਰੈ ਦਿਨਸ ਅਰ ਰਾਤ। ਸੋਚ ਸ਼ਬਦ ਦਾ ਮਤਲਬ ਹੈ ਇਸ਼ਨਾਨ। ਜਪਜੀ ਸਾਹਿਬ ਬਾਣੀ ਦੀ ਪਹਿਲੀ ਪੌੜੀ ਦੀ ਜਿਹੜੀ ਪਹਿਲੀ ਪੰਕਤੀ ਹੈ ਨਾ, ਉਹ ਕਈ ਵਾਰ ਆਪਾਂ ਅਰਥ ਸਮਝਣ 'ਚ ਭੁਲੇਖਾ ਖਾ ਜਾਂਦੇ ਹਾਂ। ਸਭ ਤੋਂ ਪਹਿਲਾਂ ਹੈ ਮੂਲ ਮੰਤਰ, ਫਿਰ ਸ਼ਲੋਕ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਦੋਂ ਬਾਅਦ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਉੱਥੇ ਗੱਲ ਸੋਚਣ ਦੀ ਨਹੀਂ ਕੀਤੀ ਹੈ, ਉੱਥੇ ਗੱਲ ਹੈ ਸੋਚ ਰੱਖਣ ਦੀ। ਸੋਚ ਦਾ ਮਤਲਬ ਹੈ ਇਸ਼ਨਾਨ। ਗੁਰੂ ਨਾਨਕ ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚ ਰੱਖ, ਤਨ ਦੀ, ਸਰੀਰ ਦੀ ਸੋਚ ਰੱਖਣ ਦੇ ਨਾਲ ਮਨ ਦੀ ਸੋਚ ਪ੍ਰਾਪਤ ਨਹੀਂ ਹੁੰਦੀ ਹੈ। ਭਾਵੇਂ ਬੰਦਾ ਲੱਖਾਂ ਵਾਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਸਰੀਰ ਨੂੰ ਧੋਂਦਾ ਰਵੇ,
ਇੱਥੇ ਵੀ ਮਹਾਰਾਜ ਕਹਿੰਦੇ ਸੋਚ ਕਰੈ ਦਿਨਸ ਅਰ ਰਾਤ। ਸੋਚ ਦਾ ਮਤਲਬ ਹੈ ਇਸ਼ਨਾਨ। ਕੋਈ ਦਿਨ ਰਾਤ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ, ਪਰ ਮਹਾਰਾਜ ਕਹਿੰਦੇ ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਕਰਕੇ ਤੀਰਥਾਂ ਤੇ ਜਾ ਕੇ ਦਿਨ ਰਾਤ ਬੜੇ ਇਸ਼ਨਾਨ ਕੀਤੇ, ਪਰ ਚੇਤੇ ਰੱਖਿਓ ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਧੋਣ ਦੇ ਨਾਲ ਅੰਦਰ ਮਨ ਤੇ ਲੱਗੀ ਹੋਈ ਮੈਲ ਨਹੀਂ ਮੁੱਕਦੀ ਹੈ। ਪਿੰਡਾ ਤਾਂ ਧੋਤਾ ਗਿਆ, ਮਨ ਮੈਲੇ ਦਾ ਮੈਲਾ, ਜਿਹਨੂੰ ਬਾਣੀ 'ਚ ਇੱਕ ਜਗ੍ਹਾ ਮਹਾਰਾਜ ਕਹਿੰਦੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ। ਚੋਰਾਂ ਦੇ ਲਈ ਤੇ ਆਪਾਂ ਵਹਿੰਦੇ ਹੀ ਆ, ਤੀਰਥ ਅਸਥਾਨਾਂ ਤੇ ਵੀ ਲਿਖਿਆ ਹੁੰਦਾ ਕਿ ਜੇਬ ਕਤਰਿਆਂ ਤੋਂ ਬਚੋ। ਉਹ ਰਹਿੰਦੇ ਹੀ ਉੱਥੇ ਹਨ, ਰੋਜ਼ ਤੀਰਥ ਦੀਆਂ ਟੁਬਕੀਆਂ ਵੀ ਲਾਉਂਦੇ ਹਨ, ਪਰ ਬਗਲਾ ਫਿਰ ਬਗਲੇ ਦਾ ਬਗਲਾ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ। ਸਰੀਰਕ ਪੱਧਰ ਦੇ ਬੰਦਾ ਬਹੁਤ ਸਾਰੇ ਕਰਮ ਕਰੇ, ਜਿਨ੍ਹਾਂ ਦਾ ਪ੍ਰਭਾਵ ਅਸਰ ਕੇਵਲ ਸਰੀਰ ਤੱਕ ਹੋਵੇ, ਸਰੀਰਕ ਪੱਧਰ ਦੇ ਕਰਮ ਹੋਣ। ਮਨ ਤੇ ਕਬੂ ਨਾ ਵਿਖਿਆ ਟਰੇ। ਹੁਣ ਵੇਖੋ ਇਹ ਪੰਕਤੀਆਂ ਬੜੀਆਂ ਸਮਝਣ ਵਾਲੀਆਂ ਜੀ। ਬੰਦਾ ਅਸੀਂ ਵੀ ਕਈ ਵਾਰ ਸਰੀਰਕ ਪੱਧਰ ਤੇ ਬੰਦਾ ਕਰਮ ਕਰ ਰਿਹਾ ਹੈ, ਮਨ ਚੰਗੀ ਭਾਵਨਾ 'ਚ ਨਹੀਂ, ਬੰਦਾ ਸੇਵਾ ਹੀ ਕਰ ਰਿਹਾ ਹੈ। ਗੁਰੂ ਘਰ ਬੈਠਾ, ਕੋਈ ਲੰਗਰ 'ਚ, ਕੋਈ ਹੋਰ ਕਿਸੇ ਜਗ੍ਹਾ ਤੇ ਸੇਵਾ ਕਰ ਰਿਹਾ ਹੈ, ਪਰ ਮਹਾਰਾਜ ਕਹਿੰਦੇ ਮਨ ਤੇ ਕਬੂ ਨਾ ਵਿਖਿਆ। ਮਨ ਅੰਦਰ ਇੱਕ ਜ਼ਹਿਰ ਭਰਿਆ ਹੈ, ਕ੍ਰੋਧ ਦਾ ਕਹਿ ਲਵੋ, ਈਰਖਾ ਦਾ ਕਹਿ ਲਵੋ, ਹੰਕਾਰ ਦਾ। ਸੇਵਾ ਕਰ ਰਿਹਾ, ਵੇਖਣ ਨੂੰ ਲੱਗ ਰਿਹਾ ਬੰਦਾ ਸੇਵਾ ਕਰ ਰਿਹਾ ਹੈ। ਇੱਕਦਮ ਉਹਦੇ ਸਾਹਮਣੇ ਕਿਸੇ ਕੋਲੋਂ ਕੋਈ ਛੋਟੀ ਮੋਟੀ ਮਿਸਟੇਕ ਹੋ ਗਈ, ਕੋਈ ਗਲਤੀ ਹੋ ਗਈ, ਬੰਦਾ ਬੜੀ ਕਰੂਰਤਾ ਦੇ ਨਾਲ ਉਸ ਬੰਦੇ ਨੂੰ ਟੋਕਦਾ ਹੈ, ਦੋ ਚਾਰ ਮਾੜੇ ਬੋਲ ਵੀ ਬੋਲ ਦਿੰਦਾ ਹੈ। ਹੁਣ ਸੇਵਾ ਕਰ ਰਿਹਾ ਸੀਗਾ, ਕੰਮ ਤਾਂ ਚੰਗੇ ਕਰ ਰਿਹਾ ਸੀ, ਪਰ ਉਹ ਅੰਦਰ ਵਿਖ ਭਰੀ ਪਈ ਸੀ। ਇੱਕਦਮ ਮੌਕਾ ਬਣਿਆ, ਉਹ ਅੰਦਰ ਦੀ ਜ਼ਹਿਰ ਬਾਹਰ ਨਿਕਲ ਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਔਰੰਗਜ਼ੇਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਵਾਉਣ ਵਾਲਾ। ਪਰ ਜਦੋਂ ਅਸੀਂ ਔਰੰਗਜ਼ੇਬ ਦਾ ਪਰਸਨਲੀ ਜੀਵਨ ਪੜ੍ਹਦੇ ਹਾਂ ਨਾ, ਉਹ ਆਪਣੇ ਖਾਣ ਦੇ ਲਈ, ਆਪਣੇ ਗੁਜ਼ਾਰੇ ਦੇ ਲਈ, ਇਤਿਹਾਸ ਕਹਿੰਦਾ ਹੈ ਕਿ ਇਹ ਨਹੀਂ ਕਿ ਬਾਦਸ਼ਾਹ ਸੀ ਤੇ ਖਜ਼ਾਨਿਆਂ 'ਚੋਂ ਐਸ਼ ਪ੍ਰਸਤੀ ਕਰਦਾ ਹੋਵੇ, ਨਹੀਂ। ਉਹਦੀ ਇਹ ਇੱਕ ਖੂਬੀ ਸੀ ਕਿ ਉਹ ਆਪਣੇ ਖਾਣ ਦੇ ਲਈ, ਆਪਣੇ ਪਰਿਵਾਰ ਨਿਰਵਾਹ ਦੇ ਲਈ ਆਪ ਹੱਥੀਂ ਮਿਹਨਤ ਕਰਿਆ ਕਰਦਾ ਸੀ। ਉਹਨੇ ਵਾਣ ਵੱਟਣਾ, ਉਹਨੂੰ ਵੇਚਣਾ, ਉਹਦੇ ਤੋਂ ਜਿਹੜੀ ਕਮਾਈ ਹੋਣੀ ਤੇ ਉਹਦੇ ਨਾਲ ਆਪਣਾ ਗੁਜ਼ਾਰਾ ਕਰਨਾ। ਕਰਮ ਬਾਹਰੋਂ ਚੰਗਾ ਕਰ ਰਿਹਾ ਹੈ, ਪਰ ਅੰਦਰ ਦੂਜੇ ਪਾਸੇ ਇੰਨੀ ਵਿਖ ਭਰੀ ਪਈ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਵਰਗੇ ਮਹਾਂਪੁਰਖ ਦੇ ਉੱਪਰ ਵੀ ਜ਼ੁਲਮ ਕਰਦਾ ਹੈ ਕਿ ਇਹਨਾਂ ਦਾ ਸਿਰ ਧੜ ਤੋਂ ਵੱਖ ਕਰ ਦਿਓ। ਅੰਦਰ ਇੰਨੀ ਜ਼ਹਿਰ ਭਰੀ ਪਈ ਹੈ ਕਿ ਛੋਟੇ ਛੋਟੇ ਸਾਹਿਬਜ਼ਾਦੇ ਹਨ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਤੇ ਇਹਨਾਂ ਦੀ ਹਕੂਮਤ ਦੇ ਵਿੱਚ ਹੁਕਮ ਜਾਰੀ ਹੋ ਜਾਂਦਾ ਕਿ ਬੱਚਿਆਂ ਨੂੰ ਦੀਵਾਰਾਂ 'ਚ ਚਿਣ ਕੇ ਸ਼ਹੀਦ ਕਰ ਦਿਓ। ਜ਼ਰੂਰੀ ਨਹੀਂ ਹੈ, ਮਹਾਰਾਜ ਕਹਿੰਦੇ ਕਿ ਜਿਹੜਾ ਬੰਦਾ ਵੇਖਣ ਨੂੰ ਲੱਗ ਰਿਹਾ ਕਿ ਸਰੀਰ ਕਰਕੇ ਬੜੇ ਚੰਗੇ ਕਰਮ ਕਰ ਰਿਹਾ, ਉਹ ਮਨ ਦਾ ਵੀ ਚੰਗਾ ਹੋਵੇ। ਹੋ ਸਕਦਾ ਉਹਦੇ ਬਾਹਰ ਦੇ ਕਰਮ ਵਿਖਾਵਾ ਹੋਣ, ਮਨ 'ਚ ਜ਼ਹਿਰ ਭਰਿਆ। ਮਨ ਤੇ ਕਬੂ ਨਾ ਵਿਖਿਆ ਟਰੇ। ਜਲ ਧੋਵੇ ਬਹੁ ਦੇ ਅਨੀਤ, ਭਾਵੇਂ ਰੋਜ਼ ਰੋਜ਼ ਆਪਣੀ ਦੇਹ, ਆਪਣੀ ਕਾਇਆ ਨੂੰ ਬੰਦਾ ਜਲ ਪਾਣੀ ਦੇ ਨਾਲ ਧੋਂਦਾ, ਇਸ਼ਨਾਨ ਕਰਦਾ ਹੋਵੇ, ਪਰ ਸੁੱਧ ਕਹਾਂ ਹੋਏ ਕਾਚੀ ਭੀਤ। ਮਹਾਰਾਜ ਕਹਿੰਦੇ ਤੇਰੇ ਰੋਜ਼ ਰੋਜ਼ ਕਾਇਆ ਨੂੰ ਧੋਣ ਦੇ ਨਾਲ ਇਹ ਮਿੱਟੀ ਦੀ ਜਿਹੜੀ ਕੱਚੀ ਦੀਵਾਰ ਹੈ, ਇਹਨੇ ਕੋਈ ਸ਼ੁੱਧ ਨਹੀਂ ਹੋ ਜਾਣਾ, ਨਾ ਇਹਦੇ ਅੰਦਰ ਬੈਠੇ ਹੋਏ ਮਨ ਨੇ ਸ਼ੁੱਧ ਹੋਣਾ ਹੈ। ਅਖੀਰ ਤੇ ਫਿਰ ਮਹਾਰਾਜ ਨੇ ਗੱਲ ਉੱਥੇ ਲਿਆਂਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਕਿ ਗੱਲ ਬਣ ਕਿੱਦਾਂ ਸਕਦੀ ਹੈ, ਜੀਵਨ ਸਵਰ ਕਿੱਦਾਂ ਸਕਦਾ ਹੈ, ਬੰਦਾ ਅੰਦਰ ਤੋਂ ਨੇਕ ਬਣ ਕਿੱਦਾਂ ਸਕਦਾ, ਪਰਉਪਕਾਰੀ ਬਣ ਕਿੱਦਾਂ ਸਕਦਾ ਹੈ, ਦੂਜਿਆਂ ਦੀ ਖਾਤਰ ਹੱਸ ਕੇ ਕੁਰਬਾਨੀ ਦੇ ਕਿੱਦਾਂ ਸਕਦਾ ਹੈ, ਅਜਰ ਨੂੰ ਜਰ ਕਿੱਦਾਂ ਸਕਦਾ ਹੈ। ਪਾਤਸ਼ਾਹ ਕਹਿੰਦੇ ਜਦੋਂ ਵਾਹਿਗੁਰੂ ਦੇ ਸਿਮਰਨ 'ਚ ਜੁੜੇਗਾ ਨਾ, ਫਿਰ ਮਨ ਨੇਕ ਬਣੇਗਾ, ਮਨ ਨੇਕ, ਫਿਰ ਮਨ ਪਰਉਪਕਾਰੀ ਬਣੇਗਾ। ਤੇ ਜਦ ਜਿੰਨੀ ਦੇਰ ਤੱਕ ਮਨ ਪਰਉਪਕਾਰੀ ਨਹੀਂ ਹੈ, ਕਰਮ ਆਪਾਂ ਕਰ ਰਹੇ ਹਾਂ
ਪਰ ਬਾਹਰੋਂ ਵਿਖਾਵੇ ਵਾਲੇ ਕਰਮ ਕਰ ਰਹੇ ਹਾਂ। ਕੋਈ ਮਨ ਕਰਕੇ ਧਰਮ ਨਹੀਂ ਹੈ, ਮਨ ਕਰਕੇ ਇਨਸਾਨੀਅਤ ਨਹੀਂ ਹੈ, ਮਨ ਕਰਕੇ ਸੱਚ ਨਹੀਂ ਹੈ, ਮਨ ਕਰਕੇ ਦਇਆ ਦੀ ਭਾਵਨਾ ਨਹੀਂ ਹੈ, ਮਨ ਕਰਕੇ ਤਰਸ ਦੀ ਭਾਵਨਾ ਨਹੀਂ ਹੈ। ਕਰਮ ਕਰ ਰਹੇ ਹਾਂ ਪਰ ਮਨ ਕਰਕੇ ਨਹੀਂ, ਲੋਕ ਵਿਖਾਵੇ ਕਰਕੇ। ਉਨੀ ਦੇਰ ਤੱਕ ਮਹਾਰਾਜ ਕਹਿੰਦੇ ਉਹਨਾਂ ਕਰਮਾਂ ਦਾ ਵੀ ਬਹੁਤਾ ਪ੍ਰਭਾਵ ਅਸਰ ਨਹੀਂ ਪੈਂਦਾ। ਦੂਜਿਆਂ ਦੀਆਂ ਹੋ ਸਕਦਾ ਲੋੜਾਂ ਪੂਰੀਆਂ ਹੋ ਜਾਣ, ਪਰ ਸਾਡਾ ਜੀਵਨ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ ਹੈ। ਪਰ ਜਦੋਂ ਬੰਦਾ ਮਨ ਕਰਕੇ ਨੇਕ ਬਣਦਾ ਹੈ ਨਾ, ਫਿਰ ਉਹ ਸੈਲਫਿਸ਼ ਹੋ ਕੇ ਨਹੀਂ ਜਿਉਂਦਾ ਹੈ, ਕੇਵਲ ਆਪਣੇ ਲਈ ਨਹੀਂ ਜਿਉਂਦਾ ਹੈ, ਫਿਰ ਉਹ ਦੂਜਿਆਂ ਦੀ ਖਾਤਰ ਜਿਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਆਪਣੇ ਲਈ ਸ਼ਹਾਦਤ ਥੋੜਾ ਸੀ। ਨਾ ਫੜਦੇ ਕਸ਼ਮੀਰੀ ਪੰਡਤਾਂ ਦੀ ਬਾਂਹ, ਕੋਈ ਖਤਰਾ ਨਹੀਂ ਸੀ। ਆਨੰਦਪੁਰ ਗੁਰੂ ਤੇਗ ਬਹਾਦਰ ਸਾਹਿਬ ਦੀ ਜੈ ਜੈਕਾਰ ਹੁੰਦੀ ਪਈ ਸੀ, ਲੋਕ ਪੂਜਾ ਕਰ ਰਹੇ ਸਨ, ਮਾਇਆ ਭੇਟਾ ਦਾ ਕੋਈ ਘਾਟਾ ਨਹੀਂ ਸੀ। ਪਰ ਨਹੀਂ, ਮਹਾਰਾਜ ਸੈਲਫਿਸ਼ ਹੋ ਕੇ ਕੇਵਲ ਆਪਣੇ ਲਈ ਨਹੀਂ ਜਿਉਂਦੇ ਪਏ ਸਨ, ਉਹ ਮਨੁੱਖਤਾ ਦੇ ਲਈ ਜਿਉਂਦੇ ਪਏ ਸਨ। ਬਹੁਤ ਵੱਡੀਆਂ ਗੱਲਾਂ ਨਹੀਂ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੁੰਦੇ ਆਪਣੇ ਬੱਚੇ, ਆਪਣਾ ਪਰਿਵਾਰ, ਆਪਣਾ ਆਨੰਦਪੁਰ ਬਚਾ ਸਕਦੇ ਸੀ, ਪਰ ਇਸ ਸ਼ਰਤ ਤੇ ਬਚਦਾ ਸੀ ਜੇ ਉਹ ਆਪਣੀ ਜ਼ਮੀਰ ਵੇਚ ਦਿੰਦੇ, ਜੇ ਉਹ ਆਪਣੇ ਅੰਦਰ ਦੀਆਂ ਚੰਗਿਆਈਆਂ ਨੂੰ ਛੱਡ ਦਿੰਦੇ, ਜੇ ਉਹ ਆਪਣੇ ਅੰਦਰ ਦੇ ਧਰਮ ਨੂੰ ਛੱਡ ਦਿੰਦੇ, ਫਿਰ ਕੋਈ ਖਤਰਾ ਨਹੀਂ ਸੀ। ਔਰੰਗਜ਼ੇਬ ਕੀ ਕਹਿੰਦਾ ਸੀ? ਛੱਡ ਦਵੋ ਇਹਨਾਂ ਲੋਕਾਂ ਦਾ ਸਾਥ ਜਿਨ੍ਹਾਂ ਦੀ ਤੁਸੀਂ ਬਾਂਹ ਫੜੀ ਹੈ। ਪਹਾੜੀ ਰਾਜੇ ਕੀ ਕਹਿੰਦੇ ਸੀ? ਛੱਡ ਦਵੋ ਇਹਨਾਂ ਨੀਵੀਆਂ ਜਾਤਾਂ ਵਾਲੇ ਲੋਕਾਂ ਦਾ ਸਾਥ, ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਪਰ ਗੁਰੂ ਕਲਗੀਧਰ ਮਹਾਰਾਜ ਕੀ ਕਹਿੰਦੇ ਸੀ? ਨਹੀਂ, ਕਿੰਨਾਂ ਦਾ ਸਾਥ ਛੱਡਣ ਦੇ ਲਈ ਕਹਿ ਰਹੇ ਹੋ, ਜਿਨ੍ਹਾਂ ਕਰਕੇ ਅੱਜ ਅਸੀਂ ਇੱਥੇ ਖਲੋਤੇ ਹਾਂ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਜੇ ਯਾਦ ਰੱਖੈ ਹਮਰੀ ਗੁਰਿਆਈ। ਉਹਦੇ ਲਈ ਫਿਰ ਬੇਸ਼ੱਕ ਉਹਨਾਂ ਨੂੰ ਬੱਚੇ ਕੁਰਬਾਨ ਕਰਵਾਉਣੇ ਪਏ, ਮਾਂ ਪਿਓ ਸਾਰਾ ਕੁਝ ਕੁਰਬਾਨ ਕਰਵਾਉਣਾ ਪਿਆ, ਪਰ ਇੱਕ ਆਦਰਸ਼ ਜਿਹੜਾ ਉਹਨਾਂ ਧਾਰਨ ਕੀਤਾ ਸੀ ਉਹਦੇ ਤੋਂ ਥਿੜਕੇ ਨਹੀਂ। ਉਹ ਗੱਲ ਹੈ ਅੰਦਰ ਤੋਂ ਨੇਕ ਬਣਨ ਦੀ। ਜਿਹੜਾ ਅੰਦਰ ਤੋਂ ਨੇਕ ਹੈ ਨਾ, ਉਹ ਸਾਰਾ ਕੁਝ ਕੁਰਬਾਨ ਕਰ ਸਕਦਾ ਹੈ। ਜਿਹਦੇ ਅੰਦਰ ਨੇਕੀ ਨਹੀਂ ਹੈ, ਉਹ ਤੇ ਬਸ ਫਿਰ ਲੁੱਟਣ ਕਸੁੱਟਣ ਤੇ ਵਿਖਾਵੇ ਦੇ ਵਿੱਚ ਹੀ ਲੱਗਿਆ ਰਹਿੰਦਾ। ਖੈਰ, ਮਹਾਰਾਜ ਕਹਿੰਦੇ ਹਰ ਕੇ ਨਾਮ ਕੀ ਮਹਿਮਾ ਊਚ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਸਭ ਤੋਂ ਉੱਤੇ ਜੇ। ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਗੁਰੂ ਮਹਾਰਾਜ ਕਹਿੰਦੇ ਹੈ ਨਾਨਕ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਉਦਰੇ ਪਤਿਤ ਬਹੁ ਮੂਚ, ਬੜੇ ਪਤਿਤਾਂ ਦਾ ਔਰ ਮਾੜੀ ਜਿਨ੍ਹਾਂ ਦੀ ਬਿਰਤੀ ਵੀ ਸੀ, ਮਾੜੇ ਕਰਮ ਵੀ ਸਨ, ਪਰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਏ, ਚੰਗੇ ਬਣ ਗਏ। ਆਪ ਵੀ ਉਹਨਾਂ ਦਾ ਪਾਰ ਉਤਾਰਾ ਹੋਇਆ, ਹੋਰ ਵੀ ਕਈਆਂ ਦਾ ਪਾਰ ਉਤਾਰਾ ਉਹਨਾਂ ਨੇ ਕੀਤਾ। ਸੱਜਣ ਠੱਗ ਵਰਗੇ ਠੱਗ ਸਨ, ਪਰ ਗੁਰੂ ਨਾਨਕ ਨੇ ਨਾਮ ਬਾਣੀ ਦਾ ਗਿਆਨ ਬਖਸ਼ਿਆ, ਉਹ ਨੇਕ ਬਣ ਗਿਆ। ਗੱਲ ਹੈ ਚੰਗੀ ਸਿੱਖਿਆ ਨੂੰ ਧਾਰਨ ਕਰਨ ਦੀ, ਉਪਦੇਸ਼ ਨੂੰ ਧਾਰਨ ਕਰਨ ਦੀ, ਮੰਨ ਲੈਣ ਦੀ। ਜੇ ਮੰਨ ਲਵੇ ਬੰਦਾ, ਫਿਰ ਬੰਦਾ ਜੀਵਨ 'ਚ ਅੱਗੇ ਵੱਧਦਾ ਹੈ, ਤੇ ਜੇ ਮੰਨੇ ਹੀ ਨਾ ਤੇ ਫਿਰ ਜੀਵਨ ਉੱਥੇ ਦਾ ਉੱਥੇ ਹੀ ਖਲੋਤਾ ਰਹਿੰਦਾ ਹੈ। ਸੋ ਖੈਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਅਸ਼ਟਪਦੀ ਦੇ ਰਾਹੀਂ, ਇਹਨਾਂ ਬਚਨਾਂ ਦੇ ਰਾਹੀਂ ਸਾਨੂੰ ਸਿਖਾ ਰਹੇ ਹਨ ਕਿ ਆਪਣੇ ਅੰਦਰ ਦੀ ਹਉਮੈ ਨੂੰ ਛੱਡੋ। ਤੇ ਉਹ ਹਉਮੈ ਆ ਬਾਹਰ ਦੇ ਵਿਖਾਵੇ ਵਾਲੇ ਕਰਮਾਂ ਦੇ ਨਾਲ ਨਹੀਂ ਜੇ ਮੁੱਕਣੀ। ਉਹ ਹਉਮੈ ਮੁੱਕਣੀ ਹੈ ਤਾਂ ਜੇ ਆਪਾਂ ਗੁਰੂ ਦੇ ਉਪਦੇਸ਼ ਨਾਲ ਜੁੜਾਂਗੇ, ਜੇ ਆਪਾਂ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਾਂਗੇ, ਸਿਮਰਨ ਦੇ ਧਾਰਨੀ ਬਣਾਂਗੇ, ਸੱਚ ਦੇ ਧਾਰਨੀ ਬਣਾਂਗੇ, ਫਿਰ ਜੀਵਨ ਸਫਲ ਹੋ ਸਕਦਾ ਹੈ, ਫਿਰ ਸਾਡਾ ਉਧਾਰ ਹੋ ਸਕਦਾ, ਪਾਰ ਉਤਾਰਾ ਹੋ ਸਕਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਗੁਰੂ ਕੀ ਬਾਣੀ ਪੜ੍ਹਦਿਆਂ, ਗੁਰੂ ਕੀ ਬਾਣੀ ਵਿਚਾਰਦਿਆਂ ਅਰਦਾਸ ਕਰੀਏ ਗੁਰੂ ਅੱਗੇ, ਕਿਉਂਕਿ ਇਕੱਲੇ ਸਾਡੇ ਆਪਣੇ ਉਦਮ ਦੀ ਵੀ ਗੱਲ ਨਹੀਂ ਹੁੰਦੀ ਹੈ, ਗੁਰੂ ਦੀ ਰਹਿਮਤ ਵੀ ਬੜੀ ਵੱਡੀ ਗੱਲ ਹੈ। ਔਰ ਅਖੀਰ ਗੱਲ ਬਣਦੀ ਹੀ ਉਦੋਂ ਹੈ ਜਦੋਂ ਗੁਰੂ ਰਹਿਮਤ ਕਰਦੇ ਨੇ। ਤੇ ਮਹਾਰਾਜ ਅੱਗੇ ਇਹੀ ਅਰਦਾਸ ਕਰੀਏ, ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ। ਮਾਲਕ ਜੀ ਆਪ ਸਹਾਈ ਹੋ ਕੇ ਸਾਡੇ ਹਿਰਦੇ 'ਚ ਵਸੋ, ਸਾਨੂੰ ਚੰਗੇ ਰਾਹ ਤੇ ਤੋਰੋ, ਤਾਂ ਕਿ ਸਾਡਾ ਆਇਆ ਸਫਲ ਹੋਵੇ, ਜੀਵਨ ਸਫਲ ਹੋਵੇ, ਗੁਰ ਸੰਗਤ 'ਚ ਬੈਠਾ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਅਣਜਾਣ ਦਾ ਆਸਰਾ ਸਮਝਦਿਆਂ ਨਾ ਚਿਤਾਰਨੀਆਂ। ਗੱਜ ਵੱਜ ਕੇ ਗੁਰੂ